ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ, ਮੋਹਾਲੀ ਤੋਂ। ਸਿਹਤ ਸੰਬੰਧੀ ਸਮੱਸਿਆਵਾਂ ਨੂੰ ਡਿਸਕਸ ਕਰਦੇ ਹੋਏ, ਅੱਗੇ ਚੱਲਦੇ ਹੋਏ ਲੜੀ ਦੇ ਵਿੱਚ ਜੋ ਟੌਪਿਕ ਮੈਂ ਡਿਸਕਸ ਕਰ ਰਹੀ ਹਾਂ ਆਪ ਜੀ ਦੇ ਨਾਲ ਅੱਜ, ਉਹ ਹੈ ਮੀਨੋਪੌਜ਼ ਡਿਪਰੈਸ਼ਨ। ਅਸੀਂ ਜਾਣਦੇ ਹੀ ਹਾਂ ਕਿ ਔਰਤ ਦੀ ਜ਼ਿੰਦਗੀ ਦੇ ਵਿੱਚ ਕਈ ਪੜਾਅ ਆਉਂਦੇ ਹਨ, ਜਿਵੇਂ ਕਿ ਬਚਪਨ ਹੈ, ਫਿਰ ਜਵਾਨੀ ਹੈ, ਅੱਧਖੜ ਉਮਰ ਹੈ ਅਤੇ ਬੁਢਾਪਾ ਹੈ। ਹਰ ਪੜਾਅ ਦੀ ਕਾਰਜ ਸ਼ੈਲੀ ਅਲੱਗ-ਅਲੱਗ ਹੁੰਦੀ ਹੈ ਅਤੇ ਸਮੱਸਿਆਵਾਂ ਵੀ ਅਲੱਗ-ਅਲੱਗ ਹੁੰਦੀਆਂ ਹਨ। ਹਰ ਪੜਾਅ ਦੇ ਵਿੱਚ ਔਰਤ ਨੂੰ ਕੁਝ ਨਾ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਅੱਜ ਦਾ ਮੇਰਾ ਟੌਪਿਕ ਹੈ ਉਹ ਹੈ ਮੀਨੋਪੌਜ਼ ਡਿਪਰੈਸ਼ਨ, ਭਾਵ ਕਿ ਮੀਨੋਪੌਜ਼ ਦੀ ਉਮਰ ਦੇ ਉੱਤੇ ਜਿਹੜੇ ਲੱਛਣ ਆਉਂਦੇ ਹਨ, ਉਹਨਾਂ ਵਿੱਚੋਂ ਜੋ ਇੱਕ ਲੱਛਣ ਬਹੁਤ ਦੁਖਦਾਈ ਹੈ ਉਹ ਹੈ ਉਦਾਸੀ ਦਾ ਲੱਛਣ, ਅਤੇ ਅੱਜ ਮੈਂ ਉਹਦੇ ਬਾਰੇ ਆਪ ਜੀ ਨਾਲ ਥੋੜ੍ਹੇ ਵਿਚਾਰ ਸਾਂਝੇ ਕਰ ਰਹੀ ਹਾਂ। ਮੀਨੋਪੌਜ਼ ਦੇ ਉੱਤੇ ਹਾਰਮੋਨਾਂ ਦਾ ਉਤਰਾਅ ਚੜਾਅ ਹੁੰਦਾ ਹੈ। ਕਈ ਹਾਰਮੋਨ ਘਟਦੇ ਹਨ, ਦੂਜੇ ਵੱਧਦੇ ਹਨ, ਕਈ ਨਵੇਂ ਆਉਂਦੇ ਹਨ। ਇਸ ਤਰ੍ਹਾਂ ਹਾਰਮੋਨਾਂ ਦੇ ਵਧਣ ਘਟਣ ਦੇ ਨਾਲ, ਉਤਰਾਅ ਚੜਾਅ ਦੇ ਨਾਲ ਸਰੀਰ ਦੀ ਕਾਰਜ ਸ਼ੈਲੀ ਦੇ ਉੱਤੇ ਵੀ ਅਸਰ ਪੈਂਦਾ ਹੈ ਅਤੇ ਕਈ ਤਰ੍ਹਾਂ ਦੇ ਲੱਛਣ ਆਉਂਦੇ ਹਨ ਜਿਹੜੇ ਕਿ ਟੈਂਪਰੇਰੀ ਹੁੰਦੇ ਹਨ। ਲਗਭਗ ਸਾਲ 2 ਸਾਲ ਇਹ ਲੱਛਣ ਰਹਿੰਦੇ ਨੇ, ਕਈਆਂ ਵਿੱਚ 8-8 ਸਾਲ ਵੀ ਰਹਿੰਦੇ ਨੇ। ਉਸ ਤੋਂ ਬਾਅਦ ਇਹ ਲੱਛਣ ਜਿਹੜੇ ਨੇ ਉਹ ਡਿਸਅਪੀਅਰ ਹੋ ਜਾਂਦੇ ਨੇ। ਪਰ ਇਸ ਸਮੇਂ ਦੇ ਵਿੱਚ ਇਹ ਲੱਛਣ ਜੋ ਨੇ ਉਹ ਔਰਤ ਨੂੰ ਔਖੇ ਹੁੰਦੇ ਹਨ। ਕਈ ਜਿਹੜੀਆਂ ਨੇ ਉਹ ਇਸ ਦੇ ਨਾਲ ਬਹੁਤ ਜ਼ਿਆਦਾ ਪੀੜਤ ਹੁੰਦੀਆਂ ਹਨ ਅਤੇ ਇਹਨਾਂ ਵਿੱਚੋਂ ਇੱਕ ਹੈ ਉਦਾਸੀ ਦਾ ਲੱਛਣ। ਕਈਆਂ ਨੂੰ ਇਸ ਉਮਰ ਦੇ ਵਿੱਚ ਆ ਕੇ ਉਦਾਸੀ ਵੀ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਦਾਸੀ ਇੱਕ ਤਾਂ ਚਲੋ ਹਾਰਮੋਨਸ ਦੇ ਜਿਹੜੇ ਉਤਰਾਅ ਚੜਾਅ ਹੈ ਉਹਦੇ ਨਾਲ ਕਾਰਜ ਸ਼ੈਲੀ ਦੇ ਵਿੱਚ ਤਬਦੀਲੀ ਆਉਂਦੀ ਹੈ ਅਤੇ ਬਾਡੀ ਨੂੰ ਐਡਜਸਟ ਕਰਨਾ ਪੈਂਦਾ ਹੈ ਅਤੇ ਮਾਈਂਡ ਨੂੰ ਵੀ ਉਹਦੇ ਨਾਲ ਹੀ ਐਡਜਸਟ ਕਰਨਾ ਪੈਂਦਾ ਹੈ। ਅਤੇ ਕਈ ਵਾਰੀ ਜਿਹੜੇ ਨਹੀਂ ਠੀਕ ਤਰ੍ਹਾਂ ਨਾਲ ਇਹਨਾਂ ਦੀ ਕੋਆਰਡੀਨੇਸ਼ਨ ਹੋ ਸਕਦੀ, ਜਿਨ੍ਹਾਂ ਦੇ ਬਾਡੀ ਅਤੇ ਮਾਈਂਡ ਦੀ, ਉਹਨਾਂ ਨੂੰ ਇਹ ਡਿਪਰੈਸ਼ਨ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਇਸ ਉਮਰ ਦੇ ਵਿੱਚ ਆਮ ਤੌਰ 'ਤੇ ਜੋ ਬੱਚੇ ਹਨ ਉਹ ਵੱਡੇ ਹੋ ਚੁੱਕੇ ਹੁੰਦੇ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਹੋਣਾ ਹੁੰਦਾ ਹੈ, ਇਸ ਲਈ ਉਹਨਾਂ ਨੂੰ ਘਰੋਂ ਦੂਰ ਵੀ ਜਾਣਾ ਪੈਂਦਾ ਹੈ। ਅੱਜ ਕੱਲ੍ਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਬਹੁਤ ਬੱਚੇ ਜਿਹੜੇ ਨੇ ਉਹ ਦੂਜੇ ਕੰਟਰੀਜ਼ ਵਿੱਚ ਜਾ ਕੇ ਸੈਟਲ ਹੁੰਦੇ ਨੇ, ਕਿਉਂਕਿ ਸਾਰਾ ਵਰਲਡ ਹੀ ਇੱਕ ਛੋਟਾ ਪਿੰਡ ਬਣ ਕੇ ਰਹਿ ਗਿਆ ਹੈ ਅਤੇ ਇਸ ਲਈ ਬੱਚੇ ਆਪਣਾ ਘਰੋਂ ਦੂਰ ਚਲੇ ਜਾਂਦੇ ਨੇ, ਮਾਂ ਬਾਪ ਇਕੱਲੇ ਰਹਿ ਜਾਂਦੇ ਨੇ। ਬੱਚੇ ਆਪਣੇ ਪਰਿਵਾਰ ਵਿੱਚ ਮਸਤ ਹੋ ਜਾਂਦੇ ਨੇ, ਹੌਲੀ ਹੌਲੀ ਉਹ ਆਪਣੇ ਪਰਿਵਾਰਾਂ ਵਿੱਚ ਰੁੱਝ ਜਾਂਦੇ ਨੇ ਅਤੇ ਮਾਂ ਬਾਪ ਜੋ ਨੇ ਉਹ ਆਪਣੇ ਆਪ ਨੂੰ ਬਹੁਤ ਇਕੱਲਾ ਫੀਲ ਕਰਦੇ ਹਨ ਅਤੇ ਇਸ ਕਰਕੇ ਇਕੱਲਪਨ ਦੇ ਨਾਲ ਉਹਨਾਂ ਨੂੰ ਉਦਾਸੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਨੂੰ ਆਪਾਂ ਐਮਪਟੀ ਨੈਸਟ ਸਿੰਡਰੋਮ ਦਾ ਨਾਮ ਦਿੰਦੇ ਹਾਂ। ਤੀਸਰੀ ਗੱਲ ਇਹ ਹੈ ਕਿ ਆਪਣਾ ਜਦੋਂ ਇਸ ਉਮਰ ਦੇ ਵਿੱਚ ਸਾਰਾ ਕੁਝ ਸਾਡੇ ਕੰਮ ਜਿਹੜੇ ਨੇ, ਜਿਹੜੀਆਂ ਸਾਡੀਆਂ ਡਿਊਟੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਨੇ, ਬੱਚੇ ਵੱਡੇ ਹੋ ਗਏ ਹੁੰਦੇ ਨੇ, ਪੜ੍ਹ ਲਿਖ ਚੁੱਕੇ ਹੁੰਦੇ ਨੇ, ਵਿਆਹ ਹੋ ਚੁੱਕੇ ਹੁੰਦੇ ਨੇ, ਉਹ ਸੈਟਲ ਹੋ ਜਾਂਦੇ ਨੇ ਅਤੇ ਸਾਡੇ ਰੁਝੇਵੇਂ ਵੀ ਘੱਟ ਜਾਂਦੇ ਨੇ। ਪਹਿਲਾਂ ਸਾਡੇ ਕੋਲ ਵਿਹਲਾ ਸਮਾਂ ਹੁੰਦਾ ਹੀ ਨਹੀਂ। ਪਹਿਲਾਂ ਅਸੀਂ ਬੱਚਿਆਂ ਨਾਲ ਬਿਜ਼ੀ ਹੁੰਦੇ ਹਾਂ, ਪਰਿਵਾਰ ਵਿੱਚ ਬਿਜ਼ੀ ਹੁੰਦੇ ਹਾਂ ਅਤੇ ਹੌਲੀ ਹੌਲੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਜਦੋਂ ਅਸੀਂ ਫਾਰਗ ਹੋ ਜਾਂਦੇ ਹਾਂ ਅਤੇ ਸਾਡੇ ਕੋਲ ਵਿਹਲਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਇਹ ਵਿਹਲਾ ਸਮਾਂ ਅਸੀਂ ਕਿਵੇਂ ਬਿਤਾਈਏ। ਅਤੇ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਨੇ ਨਾ ਇਸ ਵਿਹਲੇ ਸਮੇਂ ਨੂੰ ਸਾਰਥਕ ਤਰੀਕੇ ਨਾਲ ਨਹੀਂ ਬਿਤਾਉਂਦੀਆਂ ਅਤੇ ਉਹਨਾਂ ਨੂੰ ਇਕੱਲਾਪਨ ਹੋ ਜਾਂਦਾ, ਜਿਸ ਕਰਕੇ ਫਿਰ ਉਹਨਾਂ ਨੂੰ ਉਦਾਸੀ ਹੋ ਜਾਂਦੀ ਹੈ। ਇੱਕ ਇਹ ਹੈ ਕਿ ਮੀਨੋਪੌਜ਼ ਦੇ ਵਿੱਚ ਕਈ ਲੱਛਣ ਆਉਂਦੇ ਹਨ, ਜਿਵੇਂ ਕਿ ਨੀਂਦ ਨਾ ਆਉਣਾ, ਠੰਡੀਆਂ ਤਰੇਲੀਆਂ, ਬੇਉਮੀਦੀਪਨ, ਚਿੜਚਿੜਾਪਨ ਅਤੇ ਆਪਣੇ ਆਪ ਨੂੰ ਅਸੀਂ ਨਿਕੰਮਾ ਸਮਝਣ ਲੱਗ ਜਾਂਦੇ ਹਾਂ। ਵੀ ਆਰ ਵਰਥਲੈਸ, ਵੀ ਆਰ ਨਥਿੰਗ। ਜਦੋਂ ਇਹੋ ਜਿਹੇ ਲੱਛਣ ਆਉਂਦੇ ਨੇ ਤਾਂ ਇਹ ਲੱਛਣ ਜਿਹੜੇ ਨੇ ਇੱਕ ਕਿਸਮ ਨਾਲ ਪ੍ਰੀ ਡਿਸਪੋਜ਼ਿੰਗ ਫੈਕਟਰਸ ਹੁੰਦੇ ਨੇ ਉਦਾਸੀ ਵਾਸਤੇ, ਡਿਪਰੈਸ਼ਨ ਵਾਸਤੇ। ਜਦੋਂ ਨੀਂਦ ਹੀ ਨਹੀਂ ਆਉਂਦੀ ਅਤੇ ਦਿਮਾਗ ਨੂੰ ਰੈਸਟ ਨਹੀਂ ਮਿਲਦਾ ਅਤੇ ਫਿਰ ਦਿਮਾਗ ਜੋ ਹੈ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਦਾਸੀ ਹੋ ਜਾਂਦੀ ਹੈ।
ਇਹ ਲੱਛਣ ਸਾਰੇ ਆਉਣੇ ਸੁਭਾਵਕ ਹਨ, ਸਭ ਨੂੰ ਆਉਂਦੇ ਨੇ। ਡਿਗਰੀ ਡਿਫਰੈਂਟ ਹੁੰਦੀ ਹੈ, ਕਿਸੇ ਦੀ ਘੱਟ ਹੈ, ਕਿਸੇ ਦੀ ਜ਼ਿਆਦਾ ਹੈ। ਲੱਛਣਾਂ ਦੀ ਡਿਗਰੀ ਜਾਂ ਤੀਬਰਤਾ ਉਹਨਾਂ ਲੇਡੀਜ਼ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜੇ ਇਸ ਉਮਰ ਦੇ ਵਿੱਚ ਆ ਕੇ ਪਤੀ ਦਾ ਸਾਥ ਨਾ ਦੇਵੇ, ਕਿਉਂਕਿ ਇਹ ਬਿਮਾਰੀ ਐਸੀ ਹੈ, ਬਿਮਾਰੀਆਂ ਦੀ ਉਮਰ ਹੈ ਅਤੇ ਪਤੀ ਦੀ ਉਮਰ ਵੀ ਇਸੇ ਤਰ੍ਹਾਂ ਹੀ ਸਾਡੇ ਜਿੰਨੀ ਵੀ ਹੋਣੀ ਹੈ। ਅਤੇ ਉਹਦੇ ਵਿੱਚ ਆਪਣਾ ਕੀ ਹੈ ਕਿ ਕਈ ਵਾਰੀ ਬਿਮਾਰੀਆਂ ਲੱਗ ਜਾਂਦੀਆਂ ਨੇ ਅਤੇ ਪਤੀ ਦੀ ਮੌਤ ਹੋ ਸਕਦੀ ਹੈ ਕਿਸੇ ਦੇ, ਜਾਂ ਆਪਣੇ ਆਪ ਨੂੰ ਕੋਈ ਸਰੀਰਕ ਬਿਮਾਰੀ ਲੱਗ ਜਾਂਦੀ ਹੈ ਜਿਹਦੇ ਕਰਕੇ ਸਾਡੀ ਸਰੀਰਕ ਕੈਪੇਬਿਲਿਟੀ ਜੋ ਹੈ ਪਹਿਲਾਂ ਨਾਲੋਂ ਬਹੁਤ ਘੱਟ ਜਾਂਦੀ ਹੈ। ਉਂਝ ਵੀ ਏਜਿੰਗ ਪ੍ਰੋਸੈਸ ਦੇ ਨਾਲ ਸਾਡੀ ਐਨਰਜੀ ਘੱਟਦੀ ਹੈ ਅਤੇ ਇਹਨਾਂ ਦੇ ਕਰਕੇ ਪ੍ਰੀਡਿਸਪੋਜ਼ਿੰਗ ਫੈਕਟਰਸ ਨੇ ਜਿਹਦੇ ਨਾਲ ਕਿ ਉਦਾਸੀ ਦੀ ਤੀਬਰਤਾ ਬਹੁਤ ਵੱਧਦੀ ਹੈ। ਥੋੜ੍ਹੀ ਬਹੁਤੀ ਉਦਾਸੀ ਆਉਂਦੀ ਹੈ, ਪਰ ਜਦੋਂ ਨਾਲ ਇਹ ਐਡ ਔਨ ਫੈਕਟਰਸ ਹੋ ਜਾਂਦੇ ਨੇ ਤਾਂ ਉਦਾਸੀ ਵੀ ਬਹੁਤ ਵੱਧ ਜਾਂਦੀ ਹੈ। ਜੇ ਕਿਸੇ ਔਰਤ ਨੂੰ ਪਹਿਲਾਂ ਕਦੇ ਜ਼ਿੰਦਗੀ ਦੇ ਵਿੱਚ ਉਦਾਸੀ ਦੀ ਬਿਮਾਰੀ ਹੋਈ ਹੋਵੇ ਅਤੇ ਉਹਨੂੰ ਸਾਈਕੈਟਰਿਸਟ ਦੀ ਟਰੀਟਮੈਂਟ ਲੈਣੀ ਪਈ ਹੋਵੇ ਤਾਂ ਮੀਨੋਪੌਜ਼ ਵੇਲੇ ਉਸਨੂੰ ਉਦਾਸੀ ਦੀ ਬਿਮਾਰੀ ਦੀ ਸੰਭਾਵਨਾ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਕਈ ਵਾਰੀ ਪਿਊਬਰਟੀ ਦੀ ਏਜ ਦੇ ਵਿੱਚ ਜਦੋਂ ਸਟਾਰਟ ਹੁੰਦੀ ਹੈ ਰਿਪਰੋਡਕਟਿਵ ਏਜ ਲੇਡੀਜ਼ ਦੀ, ਉਸ ਉਮਰ ਦੇ ਵਿੱਚ ਵੀ ਕਈਆਂ ਨੂੰ ਉਦਾਸੀ ਦੀ ਬਿਮਾਰੀ ਹੁੰਦੀ ਹੈ। ਅਤੇ ਜੇ ਕਦੇ ਪਹਿਲਾਂ ਔਰਤ ਨੂੰ ਉਸ ਉਮਰ ਦੇ ਵਿੱਚ ਉਦਾਸੀ ਦੀ ਬਿਮਾਰੀ ਹੋਈ ਹੋਵੇ ਤਾਂ ਫਿਰ ਮੀਨੋਪੌਜ਼ ਦੇ ਟਾਈਮ 'ਤੇ ਵੀ ਜਦੋਂ ਹਾਰਮੋਨਸ ਚੇਂਜ ਹੁੰਦੇ ਨੇ ਤਾਂ ਉਹਨੂੰ ਉਦਾਸੀ ਦੀ ਬਿਮਾਰੀ ਦੀ ਸੰਭਾਵਨਾ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਉਦਾਸੀ ਸਭ ਨੂੰ ਆਉਣੀ ਹੀ ਆਉਣੀ ਹੈ, ਥੋੜ੍ਹੀ ਜਾਂ ਜ਼ਿਆਦਾ, ਪਰ 8 ਤੋਂ 15% ਲੇਡੀਜ਼ ਦੇ ਵਿੱਚ ਉਦਾਸੀ ਦੀ ਡਿਗਰੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਕਿ ਉਸ ਨੂੰ ਫਿਰ ਇਸ ਦੇ ਵਾਸਤੇ ਨਜਿੱਠਣ ਲਈ ਇਹਦੇ ਨਾਲ ਡਾਕਟਰ ਦੀ ਲੋੜ ਪੈਂਦੀ ਹੈ, ਕਾਉਂਸਲਿੰਗ ਦੀ ਲੋੜ ਪੈਂਦੀ ਹੈ ਜਾਂ ਡਰੱਗਸ ਦੀ ਵੀ ਲੋੜ ਪੈ ਸਕਦੀ ਹੈ। ਇਹਨਾਂ ਲੱਛਣਾਂ ਦੇ ਨਾਲ ਨਜਿੱਠਣ ਵਾਸਤੇ ਜੋ ਧਿਆਨ ਦੇਣ ਯੋਗ ਨੁਕਤੇ ਹਨ, ਜੇ ਅਸੀਂ ਉਹਨਾਂ ਵੱਲ ਧਿਆਨ ਦੇਈਏ ਤਾਂ ਅਸੀਂ ਕਾਫੀ ਹੱਦ ਤੱਕ ਇਸ ਦੇ ਨਾਲ ਆਪਣੇ ਆਪ ਹੀ ਨਜਿੱਠ ਸਕਦੇ ਹਾਂ ਅਤੇ ਸਾਨੂੰ ਡਾਕਟਰੀ ਮਦਦ ਦੀ ਲੋੜ ਨਹੀਂ ਪੈਂਦੀ। ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਿਉਂ-ਜਿਉਂ ਸਮਾਂ ਬੀਤਦਾ ਹੈ ਲੱਛਣ ਘਟਦੇ ਜਾਂਦੇ ਹਨ। ਅਸੀਂ ਵੀ ਯੂਜ਼ਡ ਹੋ ਜਾਂਦੇ ਹਾਂ ਉਹਨਾਂ ਸਿੰਪਟਮਸ ਦੇ ਨਾਲ। ਹੌਟ ਫਲੈਸ਼ਿਸ ਹੌਲੀ ਹੌਲੀ ਘਟ ਜਾਂਦੀਆਂ ਨੇ, ਨੀਂਦ ਆਉਣ ਦੀ ਪ੍ਰੋਬਲਮ ਵੀ ਠੀਕ ਹੋ ਜਾਂਦੀ ਹੈ, ਚਿੜਚਿੜਾਪਨ ਵੀ ਠੀਕ ਹੋ ਜਾਂਦਾ ਹੈ। ਅਤੇ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ਾਂ ਆਉਣੀਆਂ ਹੀ ਆਉਣੀਆਂ ਨੇ, 2 ਤੋਂ 8 ਸਾਲ ਤੱਕ ਦਾ ਸਮਾਂ ਇਹ ਰਹਿਣੀਆਂ ਹੀ ਰਹਿਣੀਆਂ ਨੇ, ਕਈਆਂ ਨੂੰ 2 ਸਾਲ ਤੱਕ ਰਹਿੰਦੀਆਂ, ਕਈਆਂ ਨੂੰ 8 ਸਾਲ ਤੱਕ ਵੀ ਇਹ ਤੰਗ ਕਰਦੇ ਨੇ ਲੱਛਣ। ਜੇ ਸਾਨੂੰ ਇਸ ਚੀਜ਼ ਦੀ ਨੌਲੇਜ ਹੈ ਤਾਂ ਅਸੀਂ ਇਹਦੇ ਨਾਲ ਐਡਜਸਟ ਕਰ ਸਕਦੇ ਹਾਂ। ਸਾਨੂੰ ਪਤਾ ਹੈ ਕਿ ਹੋਣਾ ਹੀ ਹੋਣਾ, ਇਸ ਕਰਕੇ ਅਸੀਂ ਆਪਣੇ ਮਨ ਨੂੰ ਤਿਆਰ ਪਹਿਲਾਂ ਕਰ ਲਈਏ ਕਿ ਅਸੀਂ ਇਹ ਲੱਛਣ ਸਹਿਣੇ ਹੀ ਨੇ, ਸਭ ਨੂੰ ਸਹਿਣੇ ਹੀ ਪੈਣੇ ਨੇ, ਬਿਕੋਜ਼ ਇਹ ਚੇਂਜ ਓਵਰ ਪੀਰੀਅਡ ਹੈਗਾ ਅਤੇ ਫਿਰ ਸਾਨੂੰ ਇਹਨਾਂ ਦੇ ਨਾਲ ਨਜਿੱਠਣਾ ਸੌਖਾ ਹੋ ਜਾਏਗਾ। ਹੌਲੀ ਹੌਲੀ ਤਾਂ ਸਭ ਕੁਝ ਸੁਭਾਵਿਕ ਹੋ ਹੀ ਜਾਣਾ ਹੈ, ਪਰ ਸਮੇਂ ਦੀ ਗੱਲ ਹੀ ਹੈ, ਉਹ ਸਮਾਂ ਆਪਾਂ ਨੇ ਕੱਢਣਾ। ਜੇ ਉਹ ਸਮਾਂ ਸਾਡਾ ਠੀਕ ਨਹੀਂ ਨਿਕਲੇਗਾ ਅਤੇ ਅਸੀਂ ਉਦਾਸੀ ਦੀ ਬਿਮਾਰੀ ਸਾਨੂੰ ਚਿੰਬੜ ਹੀ ਜਾਏਗੀ ਅਤੇ ਸਾਰੀ ਉਮਰ ਫਿਰ ਅਸੀਂ ਦਵਾਈਆਂ ਹੀ ਲੈਂਦੇ ਰਹਿ ਜਾਵਾਂਗੇ। ਇਸ ਕਰਕੇ ਕੁਝ ਜੋ ਧਿਆਨ ਦੇਣ ਯੋਗ ਨੁਕਤੇ ਨੇ ਤਾਂ ਕਿ ਅਸੀਂ ਉਦਾਸੀ ਦੀ ਬਿਮਾਰੀ ਤੋਂ ਨਾ ਪੀੜਤ ਹੋਈਏ। ਉਦਾਸੀ ਨਾਲ ਤਾਂ ਪੀੜਤ ਹੋਣਾ ਹੀ ਹੈ, ਇਹ ਬਿਮਾਰੀ ਵਿੱਚ ਨਾ ਕਨਵਰਟ ਹੋ ਜਾਵੇ, ਇਸ ਲਈ ਕੁਝ ਧਿਆਨ ਦੇਣ ਯੋਗ ਨੁਕਤੇ ਹਨ। ਸਭ ਤੋਂ ਪਹਿਲਾਂ ਜਿਹਦੇ ਵਿੱਚ ਹੈ ਪੋਜ਼ੀਟਿਵ ਥਿੰਕਿੰਗ, ਸਾਰਥਕ ਸੋਚਣੀ। ਪੋਜ਼ੀਟਿਵ ਥਿੰਕਿੰਗ ਦੇ ਨਾਲ ਤੁਹਾਡਾ ਮਾਈਂਡ ਜਿਹੜਾ ਪੋਜ਼ੀਟਿਵ ਸੋਚਦਾ ਹੈ ਅਤੇ ਬਾਡੀ ਵੀ ਪੋਜ਼ੀਟਿਵ ਹੋ ਜਾਂਦੀ ਹੈ। ਮਾਈਂਡ ਬਾਡੀ ਬਿਹੇਵਸ ਐਜ਼ ਦਾ ਮਾਈਂਡ ਸੇਜ਼। ਜੇ ਅਸੀਂ ਮਨ ਨੂੰ ਤਿਆਰ ਕਰ ਲਿਆ ਕਿ ਮੈਂ ਉਦਾਸੀ ਤੋਂ ਪੀੜਤ ਨਹੀਂ ਹੋਣਾ, ਜੇ ਮੈਨੂੰ ਉਦਾਸੀ ਆਈ ਹੈ ਮੈਂ ਉਸ ਵਕਤ ਆਪਣੇ ਆਪ ਨੂੰ ਬਿਜ਼ੀ ਕਰ ਲੈਣਾ ਜਾਂ ਮੈਂ ਕੋਈ ਹੋਰ ਆਪਣੀ ਸੋਚਣੀ ਜਿਹੜੀ ਹੈ ਦੂਜੇ ਪਾਸੇ ਲਗਾ ਲੈਣੀ ਹੈ, ਤਾਂ ਫਿਰ ਡਿਪਰੈਸ਼ਨ ਦੀ ਬਿਮਾਰੀ ਸਾਨੂੰ ਨਹੀਂ ਲੱਗ ਸਕਦੀ। ਜਿਸ ਵਕਤ ਸਾਨੂੰ ਪਤਾ ਹੈ ਕਿ ਸਾਨੂੰ ਉਦਾਸੀ ਦਾ ਸਪੈਲ ਹੁਣ ਆ ਰਿਹਾ, ਇੱਕਦਮ ਘਬਰਾਹਟ ਸ਼ੁਰੂ ਹੋਈ ਹੈ, ਤੁਸੀਂ ਮਿਊਜ਼ਿਕ ਗਾਣਾ ਸ਼ੁਰੂ ਕਰ ਦਿਓ, ਕੋਈ ਆਪਣਾ ਹੌਬੀ ਐਸੀ ਬਣਾ ਲਵੋ ਕਿ ਤੁਸੀਂ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿਓ, ਹਾਰਮੋਨੀਅਮ ਸਿੱਖਣਾ ਸ਼ੁਰੂ ਕਰ ਦਿਓ, ਕੀਰਤਨ ਸਿੱਖਣਾ ਸ਼ੁਰੂ ਕਰ ਦਿਓ ਜਾਂ ਕਲਾਸੀਕਲ ਰਾਗ ਸਿੱਖਣੇ ਸ਼ੁਰੂ ਕਰ ਦਿਓ। ਜਿਹੜੇ ਆ ਕਲਾਸੀਕਲ ਰਾਗ ਨੇ ਮਨ ਦੇ ਉੱਤੇ ਬਹੁਤ ਅਸਰ ਪਾਉਂਦੇ ਨੇ, ਮਨ ਨੂੰ ਸ਼ਾਂਤ ਕਰਨ ਵਾਲੇ ਵੀ ਰਾਗ ਹੁੰਦੇ ਨੇ। ਮਿਊਜ਼ਿਕ ਮਨ ਦੇ ਉੱਤੇ ਬਹੁਤ ਸੂਦਿੰਗ ਇਫੈਕਟ ਕਰਦਾ ਹੈ। ਇਸ ਲਈ ਜੇ ਸਾਨੂੰ ਥੋੜ੍ਹੇ ਜਿਹੇ ਵੀ ਲੱਛਣ ਇਸ ਤਰ੍ਹਾਂ ਦੇ ਮਹਿਸੂਸ ਹੋਣ ਕਿ ਮੇਰਾ ਮਨ ਜੋ ਹੈ ਉਦਾਸੀ ਵੱਲ ਜਾ ਰਿਹਾ ਹੈ ਜਾਂ ਨੈਗੇਟਿਵ ਥਾਟਸ ਇਹਦੇ ਅੰਦਰ ਆ ਰਹੀਆਂ ਨੇ, ਤਾਂ ਆਪਾਂ ਉਸੇ ਵੇਲੇ
ਆਪਣੇ ਆਪ ਨੂੰ ਬਿਜ਼ੀ ਕਰ ਲਈਏ ਆਪਣੀ ਹੌਬੀ ਦੇ ਵਿੱਚ, ਜਿਸ ਦੇ ਵਿੱਚੋਂ ਬੈਸਟ ਹੌਬੀ ਜੋ ਹੈ ਉਹ ਮੇਰੇ ਹਿਸਾਬ ਨਾਲ ਮਿਊਜ਼ਿਕ ਹੈ। ਤੇ ਕਲਾਸੀਕਲ ਮਿਊਜ਼ਿਕ ਸਿੱਖਿਆ ਜਾਵੇ ਤਾਂ ਮਨ ਦੇ ਉੱਤੇ ਬਹੁਤ ਸ਼ਾਂਤੀ ਦਾ ਅਸਰ ਪ੍ਰਭਾਵ ਪੈਂਦਾ ਹੈ। ਦੂਜੇ ਇਵੇਂ ਹੋਰ ਵੀ ਲਏ ਜਾ ਸਕਦੇ ਨੇ, ਪੇਂਟਿੰਗ ਹੈ, ਜਾਂ ਤੁਸੀਂ ਆਪਣਾ ਕੁਛ ਮੈਮੋਰਾਈਜ਼ ਕਰਨਾ ਸ਼ੁਰੂ ਕਰ ਦਿਓ, ਕੁਛ ਲਿਖਣਾ ਸ਼ੁਰੂ ਕਰ ਦਿਓ, ਜਿਸ ਤਰ੍ਹਾਂ ਤੁਸੀਂ ਛੋਟੀਆਂ ਛੋਟੀਆਂ ਪੋਇਮਸ ਲਿਖਣੀਆਂ ਸ਼ੁਰੂ ਕਰ ਦਿਓ, ਗਜ਼ਲਸ ਲਿਖਣੀਆਂ ਸ਼ੁਰੂ ਕਰ ਦਿਓ, ਜਾਂ ਹੋਰ ਤੁਸੀਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿਓ। ਹੋਰ ਕੁਝ ਨਹੀਂ ਤਾਂ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਹੀ ਲਿਖਣੇ ਸ਼ੁਰੂ ਕਰ ਦਿਓ, ਵੀ ਦੂਜਿਆਂ ਨੂੰ ਉਹਦੇ ਤੋਂ ਫਾਇਦਾ ਹੋ ਜਾਵੇ। ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਅਸੀਂ ਆਪਣਾ ਕਾਗਜ਼ ਦੇ ਉੱਤੇ ਲਿਖ ਜਾਈਏ ਕਿ ਅਸੀਂ ਇਸ ਗਲਤੀ ਨਾਲ ਇਸ ਤਰੀਕੇ ਨਾਲ ਅਸੀਂ ਟੈਕਲ ਕੀਤਾ, ਇਸ ਨੂੰ ਇੰਝ ਕੀਤਾ ਜਾ ਸਕਦਾ ਹੈ। ਇੱਕ ਤਾਂ ਦੂਜਿਆਂ ਦਾ ਭਲਾ ਹੋਏਗਾ, ਦੂਜਾ ਤੁਹਾਡਾ ਸਮਾਂ ਜੋ ਹੈ ਉਹ ਨਿਕਲ ਜਾਏਗਾ ਅਤੇ ਉਦਾਸੀ ਤੁਹਾਨੂੰ ਨਹੀਂ ਹੋਏਗੀ। ਇਸ ਤਰ੍ਹਾਂ ਮਤਲਬ ਅਸੀਂ ਆਪਣੀ ਜੋ ਚੇਂਜ ਓਵਰ ਪੀਰੀਅਡ ਹੈ ਉਸ ਨੂੰ ਅਸੀਂ ਆਰਾਮ ਨਾਲ ਟੈਕਲ ਕਰ ਸਕਦੇ ਹਾਂ। ਜੋ ਵੀ ਤੁਹਾਡੀ ਕੋਈ ਹੌਬੀ ਹੈ, ਕੁਕਿੰਗ ਦੀ ਹੌਬੀ ਹੋ ਸਕਦੀ ਹੈ, ਤੁਹਾਡੀ ਟੀਵੀ ਦੇਖਣ ਦੀ ਹੋ ਸਕਦੀ ਹੈ ਹੌਬੀ, ਜਾਂ ਕੋਈ ਤੁਹਾਡਾ ਪਾਠ ਕਰਨ ਦੀ, ਸਿਮਰਨ ਕਰਨ ਦੀ ਹੌਬੀ ਹੋ ਸਕਦੀ ਹੈ। ਤੁਸੀਂ ਇਹ ਸੰਸਥਾਵਾਂ ਇੰਨੀਆਂ ਬਣੀਆਂ ਹੋਈਆਂ ਨੇ, ਕਿਸੇ ਵੀ ਸੰਸਥਾ ਨਾਲ ਜਿਹੜੇ ਸੋਸ਼ਲ ਸਰਵਿਸ ਕਰਦੇ ਨੇ ਉਹਨਾਂ ਦੇ ਨਾਲ ਜੁਆਇਨ ਕਰ ਲਓ ਆਪਣੇ ਆਪ ਨੂੰ, ਅਤੇ ਉਹਨਾਂ ਦੀ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰੋਗੇ ਤਾਂ ਤੁਹਾਡਾ ਟਾਈਮ ਉੱਧਰ ਹੀ ਲੰਘ ਜਾਏਗਾ ਅਤੇ ਤੁਹਾਡਾ ਧਿਆਨ ਜਾਏਗਾ ਹੀ ਨਹੀਂ ਉਦਾਸੀ ਵੱਲ ਜਾਂ ਮੀਨੋਪੌਜ਼ ਦੇ ਹੋਰ ਲੱਛਣਾਂ ਵੱਲ। ਇਹ ਦੇਖਿਆ ਗਿਆ ਹੈ ਕਿ ਜਿਹੜੀਆਂ ਲੇਡੀਜ਼ ਸੰਸਥਾਵਾਂ ਦੇ ਨਾਲ ਐਸੋਸੀਏਟਿਡ ਹੁੰਦੀਆਂ ਨੇ ਉਹਨਾਂ ਦਾ ਇਹ ਮੀਨੋਪੌਜ਼ ਦਾ ਪੀਰੀਅਡ ਬਹੁਤ ਸੌਖਾ ਲੰਘ ਜਾਂਦਾ ਹੈ। ਇਸ ਤੋਂ ਬਾਅਦ ਆਪਣਾ ਯੋਗਾ ਦਾ ਬੜਾ ਵੱਡਾ ਰੋਲ ਹੈ। ਯੋਗਾ ਦੇ ਨਾਲ ਸਾਡਾ ਜੋ ਬ੍ਰੇਨ ਹੈ ਉਸਨੂੰ ਆਕਸੀਜਨ ਅਤੇ ਸੂਦਿੰਗ ਇਫੈਕਟ ਮਿਲਦਾ ਹੈ, ਜਿਹਦੇ ਨਾਲ ਉਦਾਸੀ ਨਹੀਂ ਹੁੰਦੀ। ਐਕਸਰਸਾਈਜ਼ ਕਰਨ ਨਾਲ ਤੁਹਾਡੀ ਬਾਡੀ ਠੀਕ ਰਹਿੰਦੀ ਹੈ, ਬਾਡੀ ਠੀਕ ਹੋਏਗੀ ਅਤੇ ਤੁਹਾਡਾ ਮਨ ਵੀ ਠੀਕ ਹੋਏਗਾ। ਅਤੇ ਇੱਕ ਹੋਰ ਜੋ ਨੁਕਤਾ ਧਿਆਨ ਦੇਣ ਯੋਗ ਹੈ ਕਿ ਉਦਾਸੀ ਸਿਰਫ ਸਾਈਕੋਲੋਜੀਕਲ ਨਹੀਂ ਹੁੰਦੀ, ਇਹਦੇ ਫਿਜ਼ੀਕਲ ਕਾਰਨ ਵੀ ਹੁੰਦੇ ਨੇ। ਫਿਜ਼ੀਕਲ ਕਾਰਨ ਹੁੰਦੇ ਨੇ ਜਿਵੇਂ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੋ ਜਾਂਦੀ ਹੈ, ਓਮੇਗਾ 3 ਫੈਟੀ ਐਸਿਡਸ ਦੀ ਡੈਫੀਸ਼ੈਂਸੀ ਹੋ ਜਾਏ, ਜਾਂ ਵਿਟਾਮਿਨ B12 ਦੀ ਡੈਫੀਸ਼ੈਂਸੀ ਹੋ ਜਾਂਦੀ ਹੈ, ਜਾਂ ਹੋਰ ਜਨਰਲਾਈਜ਼ਡ ਜੋ ਨਿਊਟ੍ਰੀਸ਼ਨ ਹੈਗੀ ਹੈ ਸਾਡੀ ਜੇ ਪ੍ਰੋਪਰ ਨਾ ਹੋਵੇ, ਜੇ ਸਿਹਤ ਠੀਕ ਨਹੀਂ ਹੋਏਗੀ ਤਾਂ ਉਹਦਾ ਮਨ ਦੇ ਉੱਤੇ ਅਸਰ ਪੈਂਦਾ ਹੀ ਪੈਂਦਾ। ਇਸ ਕਰਕੇ ਇਸ ਉਮਰ ਦੇ ਵਿੱਚ ਪੂਰਕ ਜਾਂ ਸਪਲੀਮੈਂਟਸ ਜਿਸ ਨੂੰ ਕਹਿੰਦੇ ਆ ਉਹ ਲੈਣੇ ਬਹੁਤ ਜ਼ਰੂਰੀ ਨੇ। ਕੈਲਸ਼ੀਅਮ, ਵਿਟਾਮਿਨ D ਤਾਂ ਆਪਾਂ ਬੋਨਸ ਵਾਸਤੇ ਲੈਣਾ, ਪਰ ਐਂਟੀਆਕਸੀਡੈਂਟਸ, ਮਲਟੀ ਮਿਨਰਲ ਵਿਟਾਮਿਨਸ ਜੋ ਹਨ ਉਹ ਸਾਡੇ ਮਨ ਦੇ ਉੱਤੇ ਅਤੇ ਸਰੀਰ ਦੇ ਉੱਤੇ ਪੋਜ਼ੀਟਿਵ ਇਫੈਕਟ ਪਾਉਂਦੇ ਹਨ। ਇਸ ਕਰਕੇ ਜੇ ਅਸੀਂ ਪੂਰਕਾਂ ਦਾ ਜਾਂ ਸਪਲੀਮੈਂਟਸ ਦਾ ਸੇਵਨ ਕਰਾਂਗੇ ਤਾਂ ਸਾਨੂੰ ਉਦਾਸੀ ਦੀ ਬਿਮਾਰੀ ਤੋਂ ਵੀ ਘੱਟ ਪੀੜਤ ਹੋਣਾ ਪਵੇਗਾ। ਇਹ ਸਭ ਕੁਝ ਅਸੀਂ ਕਰਕੇ ਆਪਣੇ ਜੋ ਲੱਛਣ ਨੇ ਉਹਨਾਂ ਨੂੰ ਘੱਟ ਕਰ ਸਕਦੇ ਹਾਂ ਅਤੇ ਆਪਣਾ ਇਹ ਸਮਾਂ ਆਰਾਮ ਨਾਲ ਲੰਘਾ ਸਕਦੇ ਹਾਂ। ਉਸ ਤੋਂ ਬਾਅਦ ਤਾਂ ਸਭ ਕੁਝ ਸੁਭਾਵਿਕ ਹੋ ਹੀ ਜਾਣਾ ਹੈ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਆਪਣੇ ਆਪ ਇਹਨਾਂ ਲੱਛਣਾਂ ਦੇ ਨਾਲ ਨਜਿੱਠ ਨਹੀਂ ਸਕਦੇ, ਅਤੇ ਉਸ ਕੇਸ ਦੇ ਵਿੱਚ ਸਾਨੂੰ ਸਾਈਕੈਟਰਿਸਟ ਜਾਂ ਸਾਈਕੋਲੋਜਿਸਟ ਦੀ ਮਦਦ ਲੈਣ ਦੇ ਵਿੱਚ ਹਿਚਕਚਾਉਣਾ ਨਹੀਂ ਚਾਹੀਦਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਮੈਂ ਕੋਈ ਪਾਗਲ ਹਾਂ, ਵੀ ਮੇਰਾ ਦਿਮਾਗ ਖਰਾਬ ਹੈ, ਮੈਂ ਸਾਈਕੈਟਰਿਸਟ ਕੋਲ ਜਾਵਾਂ। ਅਸੀਂ ਇਸ ਜ਼ਿੱਦ ਦੇ ਵਿੱਚ ਹੀ ਆਪਣੀ ਬਿਮਾਰੀ ਨੂੰ ਵਧਾ ਲੈਂਦੇ ਹਾਂ, ਤਾਂ ਇੰਨੀ ਕੁ ਵੱਧ ਜਾਂਦੀ ਹੈ ਕਿ ਫਿਰ ਉਸ ਤੋਂ ਬਾਅਦ ਅਸੀਂ ਉਸ ਦੇ ਵਿੱਚੋਂ ਵਾਪਸ ਨਹੀਂ ਆ ਸਕਦੇ। ਸਟਾਰਟਿੰਗ ਦੇ ਵਿੱਚ ਜੇ ਅਸੀਂ ਹੈਲਪ ਲੈ ਲਈਏ, ਪਹਿਲਾਂ ਆਪ ਕੋਸ਼ਿਸ਼ ਕਰੋ, ਆਪਣੀ ਫੈਮਿਲੀ ਦੇ ਵਿੱਚ ਤੁਸੀਂ ਆਪਣੇ ਇਨਵੋਲਵ ਕਰੋ ਆਪਣੇ ਆਪ ਨੂੰ, ਹਸਬੈਂਡ ਦੇ ਨਾਲ, ਬੱਚਿਆਂ ਦੇ ਨਾਲ, ਫਰੈਂਡਸ ਦੇ ਨਾਲ, ਇਹ ਸਾਰਾ। ਅਤੇ ਇਹਦੇ ਨਾਲ ਜੇ ਤੁਸੀਂ ਆਪਣੀ ਉਦਾਸੀ ਨੂੰ ਦੂਰ ਰੱਖ ਸਕਦੇ ਹੋ ਤਾਂ ਹੌਲੀ ਹੌਲੀ ਤਾਂ ਸਭ ਠੀਕ ਹੋ ਹੀ ਜਾਣਾ ਹੈ। ਸਾਲ, 2 ਸਾਲ, 3 ਸਾਲ ਦੀ ਗੱਲ ਹੁੰਦੀ ਹੈ। ਜੇ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਬਹੁਤ ਚੰਗਾ ਹੈ। ਪਰ ਜੇ ਤੁਹਾਨੂੰ ਇਹ ਲੱਛਣ ਬਹੁਤ ਤੰਗ ਕਰਦੇ ਨੇ, ਬਹੁਤ ਜ਼ਿਆਦਾ ਤੀਬਰ ਹੈ, ਉਦਾਸੀ ਇਤਨੀ ਜ਼ਿਆਦਾ ਹੋ ਜਾਂਦੀ ਹੈ ਕਿ 2-2 ਹਫ਼ਤੇ ਤੱਕ ਤੁਸੀਂ ਉਦਾਸ ਹੀ ਰਹਿੰਦੇ ਹੋ, ਇੱਕ ਜਗ੍ਹਾ 'ਤੇ ਬੈਠੇ ਰਹਿੰਦੇ ਹੋ, ਕੁਛ ਵੀ ਕੰਮ ਕਰਨ 'ਤੇ ਮਨ ਨਹੀਂ ਕਰਦਾ, ਕਿਸੇ ਨਾਲ ਬੋਲਣ 'ਤੇ ਮਨ ਨਹੀਂ ਕਰਦਾ। ਜੇ ਸਾਡਾ ਇੱਦਾਂ ਦਾ ਕੋਈ ਐਪੀਸੋਡ ਆਉਂਦਾ ਹੈ ਕਿ ਅਸੀਂ 2-2 ਹਫ਼ਤਿਆਂ ਤੱਕ ਹੀ ਉਦਾਸ ਰਹਿੰਦੇ ਹਾਂ, ਜਾਂ ਉਸ ਤੋਂ ਵਧੇਰੇ ਸਮੇਂ ਤੱਕ ਲਗਾਤਾਰ ਹੀ ਉਦਾਸੀ ਸਾਡਾ ਖਹਿੜਾ ਨਹੀਂ ਛੱਡਦੀ, ਤਾਂ ਜਾਂ ਫਿਰ ਲੱਛਣ ਇਤਨੇ ਜ਼ਿਆਦਾ ਤੀਬਰ ਹੋ ਜਾਂਦੇ ਨੇ ਕਿ ਅਸੀਂ ਆਪਣੇ ਆਪ ਉੱਤੇ ਕੰਟਰੋਲ ਨਹੀਂ ਕਰ ਪਾਉਂਦੇ, ਤਾਂ ਉਸ ਵੇਲੇ ਸਾਨੂੰ ਸਾਈਕੈਟਰਿਸਟ ਦੀ ਲੋੜ ਲੈਣ ਦੇ ਵਿੱਚੋਂ ਹਿਚਕਚਾਉਣਾ ਨਹੀਂ ਚਾਹੀਦਾ। ਜੇ ਡਿਪਰੈਸ਼ਨ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਸਾਡਾ ਨਾ ਕੁਝ ਖਾਣ ਨੂੰ ਜੀਅ ਕਰਦਾ ਹੈ, ਨਾ ਕਿਤੇ ਜਾਣ ਨੂੰ ਜੀਅ ਕਰਦਾ ਹੈ, ਨਾ ਪਕਾਉਣ ਨੂੰ ਜੀਅ ਕਰਦਾ ਹੈ, ਨਾ ਕੁਕਿੰਗ ਨੂੰ, ਕਿਸੇ ਕੰਮ 'ਚ ਮਨ ਨਹੀਂ ਲੱਗਦਾ, ਤਾਂ ਸਾਡੀ ਡੇ ਟੂ ਡੇ ਲਾਈਫ ਦੇ ਉੱਤੇ ਬਹੁਤ ਬੈਡ ਇਫੈਕਟ ਪੈਂਦਾ ਹੈ।
ਕਈ ਲੇਡੀਜ਼ ਨੂੰ ਤਾਂ ਇਤਨੀ ਜ਼ਿਆਦਾ ਉਦਾਸੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਵੀ ਆਰ ਵਰਥਲੈਸ, ਵੀ ਆਰ ਨਾਟ ਡੂਇੰਗ ਐਨੀਥਿੰਗ। ਤਾਂ ਉਸ ਵੇਲੇ ਉਹਨਾਂ ਦੇ ਮਨ 'ਚ ਆਉਂਦਾ ਕਿ ਮੇਰੀ ਇਸ ਜ਼ਿੰਦਗੀ ਦਾ ਕੀ ਫਾਇਦਾ। ਤਾਂ ਉਹ ਆਤਮ ਹੱਤਿਆ ਦੇ ਵਿਚਾਰ, ਸੁਇਸਾਈਡਲ ਥਾਟਸ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਜੇ ਇਹੋ ਜਿਹੇ ਕੋਈ ਲੱਛਣ ਤੁਹਾਨੂੰ ਲੱਗਦੇ ਨੇ ਕਿ ਤੁਹਾਡੇ ਵਿੱਚ ਇਹ ਆ ਰਹੇ ਨੇ, ਤਾਂ ਤੁਸੀਂ ਦੇਰੀ ਨਾ ਕਰੋ ਅਤੇ ਆਪਣਾ ਸਾਈਕੈਟਰਿਸਟ ਅਤੇ ਸਾਈਕੋਲੋਜਿਸਟ ਨੂੰ ਉਸੇ ਵਕਤ ਮਿਲੋ। ਤੁਹਾਡੇ ਕਾਉਂਸਲਿੰਗ ਸੈਸ਼ਨਸ ਹੋਣਗੇ, ਤੁਹਾਨੂੰ ਕੁਛ ਇੱਕ ਦਵਾਈਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਇਹ ਉਦਾਸੀ ਤੁਹਾਡੀ ਦੂਰ ਹੋ ਜਾਏਗੀ। ਫਿਰ ਸਮੇਂ ਦੇ ਨਾਲ ਆਪਣੇ ਆਪ ਸਭ ਕੁਝ ਠੀਕ ਹੋ ਜਾਏਗਾ। ਇਹ ਯਾਦ ਰੱਖਣ ਦੀ ਲੋੜ ਹੈ ਕਿ ਅਜਿਹੇ ਸਮੇਂ ਦੇ ਵਿੱਚ ਸਾਨੂੰ ਟਾਈਮਲੀ ਐਕਸ਼ਨ ਲੈਣਾ ਪਏਗਾ, ਸਮੇਂ ਸਿਰ ਉਚਿਤ ਕਦਮ, ਟਾਈਮਲੀ ਵੀ ਅਤੇ ਠੀਕ ਵੀ। ਇਹ ਪਤਾ ਹੋਵੇ ਕਿ ਅਸੀਂ ਕਿੱਥੇ ਜਾਣਾ, ਕਿਹੜੇ ਡਾਕਟਰ ਕੋਲ ਜਾਣਾ, ਕੀ ਕਰਨਾ, ਅਤੇ ਫਿਰ ਜੋ ਸਾਨੂੰ ਡਾਕਟਰ ਦੱਸਦਾ ਹੈ ਉਹਦੀਆਂ ਗੱਲਾਂ ਦੇ ਉੱਤੇ ਅਸੀਂ ਅਮਲ ਕਰਨਾ ਹੈ। ਅਤੇ ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਨੂੰ ਉਦਾਸੀ ਦੀ ਬਿਮਾਰੀ ਜੋ ਹੈ, ਭਾਵੇਂ ਉਦਾਸੀ ਆਵੇਗੀ ਪਰ ਇਹ ਬਿਮਾਰੀ ਨਹੀਂ ਬਣੇਗੀ ਅਤੇ ਸਾਨੂੰ ਤੰਗ ਨਹੀਂ ਕਰੇਗੀ। ਬਹੁਤ ਮਹੱਤਵਪੂਰਨ ਹੈ ਇਸ ਤੱਥ ਨੂੰ ਸਮਝਣਾ ਕਿ ਇਸ ਉਮਰ ਦੇ ਵਿੱਚ ਸਾਨੂੰ ਉਦਾਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਇੱਕ ਛੋਟੀ ਜਿਹੀ ਸਟੱਡੀ ਕੀਤੀ ਸੀ ਮੈਂ ਆਪਣੀ ਕਲੀਨਿਕ ਦੇ ਵਿੱਚ। ਇਸ ਦੀ ਸਤਸੰਗ ਜੱਥੇ ਦੀਆਂ ਜੋ ਬੀਬੀਆਂ ਹਨ ਉਹ ਬਹੁਤ ਬਿਜ਼ੀ ਹੁੰਦੀਆਂ ਨੇ, ਹਰ ਵਕਤ ਉਹ ਸੇਵਾ ਦੇ ਵਿੱਚ ਜਾਂ ਸੁਖਮਨੀ ਸਾਹਿਬ ਦੇ ਪਾਠਾਂ ਵਿੱਚ ਬਿਜ਼ੀ ਹੁੰਦੀਆਂ ਨੇ। ਅਤੇ ਅਸੀਂ ਇੱਕ ਆਪਣਾ ਉਹ ਬਣਾ ਕੇ ਮਤਲਬ ਕੁਐਸਚਨੇਅਰ, ਜਿਹੜੇ ਉਦਾਸੀ ਦੇ ਲੱਛਣ ਹੁੰਦੇ ਨੇ, ਮੀਨੋਪੌਜ਼ ਦੇ ਜਨਰਲ ਲੱਛਣ ਹੁੰਦੇ ਨੇ, ਉਹ ਸਕੋਰਿੰਗ ਕੀਤੀ। ਜਦੋਂ ਅਸੀਂ ਦੇਖਿਆ ਤਾਂ ਜਿਹੜੀਆਂ ਲੇਡੀਜ਼ ਇਸ ਤਰ੍ਹਾਂ ਆਪਣੇ ਆਪ ਨੂੰ ਇਹਨਾਂ ਕੰਮਾਂ ਵਿੱਚ ਬਿਜ਼ੀ ਰੱਖਦੀਆਂ ਨੇ, ਉਹਨਾਂ ਦੇ ਵਿੱਚ ਮੀਨੋਪੌਜ਼ ਦੇ ਇਨ ਜਨਰਲ ਲੱਛਣ ਬਹੁਤ ਘੱਟ, ਨਾ ਬਰਾਬਰ ਹੀ ਆਉਂਦੇ ਹਨ। ਉਦਾਸੀ ਦਾ ਅਤੇ ਉਹਨਾਂ ਵਿੱਚ ਸ਼ਾਇਦ ਇੱਕ ਵੀ ਕੇਸ ਨਹੀਂ ਸੀਗਾ ਜਿਹਨੂੰ ਕਿ ਇਸ ਤਰ੍ਹਾਂ ਅਸੀਂ ਕਹਿ ਸਕੀਏ ਕਿ ਉਹਨੂੰ ਇਹੋ ਜਿਹੀ ਉਦਾਸੀ ਆਈ ਕਿ ਉਸ ਨੂੰ ਕਾਉਂਸਲਿੰਗ ਦੀ ਲੋੜ ਪਈ ਹੋਵੇ। ਉਹ ਆਪਣੇ ਆਪ ਹੀ ਉਸ ਨੂੰ ਮਤਲਬ ਇਤਨਾ ਬਿਜ਼ੀ ਰਹਿੰਦੀਆਂ ਨੇ ਕਿ ਉਹਨਾਂ ਨੂੰ ਆਪਣੀ ਉਦਾਸੀ ਦਾ ਵੀ ਧਿਆਨ ਨਹੀਂ ਆਉਂਦਾ ਕਿ ਵੀ ਮੇਰੇ ਉੱਤੇ ਕੋਈ ਉਦਾਸੀ ਦਾ ਇਫੈਕਟ ਹੈਗਾ ਹੈ, ਜਾਂ ਮੇਰੇ 'ਚ ਕੋਈ ਹੌਟ ਫਲੈਸ਼ਿਸ ਆ ਰਹੀਆਂ ਜਾਂ ਕੁਛ ਹੋਰ ਪ੍ਰੋਬਲਮ ਆ ਰਹੀ ਹੈ। ਈਵਨ ਇਹ ਵੀ ਦੇਖਿਆ ਗਿਆ ਕਿ ਉਹਨਾਂ ਦੀ ਜਿਹੜੀ ਬੋਨ ਡੈਂਸਿਟੀ ਹੈ ਉਹ ਵੀ ਦੂਜਿਆਂ ਨਾਲੋਂ ਬੈਟਰ ਹੁੰਦੀ ਹੈ, ਬਿਕੋਜ਼ ਦੇ ਆਰ ਐਕਟਿਵਲੀ ਸੇਵਾ ਕਰਦੀਆਂ ਨੇ, ਐਕਟਿਵਲੀ ਕੰਮ ਕਰਦੀਆਂ ਨੇ। ਫਿਰ ਉਹਨਾਂ ਨੂੰ ਕੰਪਨੀ ਮਿਲਦੀ ਹੈ। ਘਰ ਦੇ ਵਿੱਚ ਰਹੋਗੇ ਇਕੱਲੇ ਹੋ, ਇਕੱਲਿਆਂ ਹੈਗੀਆਂ ਬਿਲਕੁਲ, ਅਤੇ ਫਿਰ ਸੋਚੀ ਜਾਵਾਂਗੇ ਕਰਨਾ ਕੀ ਹੈ, ਚਾਰੋਂ ਦੀਵਾਰਾਂ ਦੇਖੀ ਜਾਵਾਂਗੇ ਅਤੇ ਸਾਡੇ ਅੰਦਰ ਜੋ ਹੈਗਾ ਉਹ ਹੀ ਰਹੇਗਾ। ਸਾਨੂੰ ਕੋਈ ਬਾਹਰਲੀ ਦੁਨੀਆ ਦਾ ਪਤਾ ਨਹੀਂ ਲੱਗਦਾ। ਅਤੇ ਜਦੋਂ ਬਾਹਰ ਜਾਈਏ ਤਾਂ ਸਾਨੂੰ ਹੋਰ ਦੂਜੇ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਦਾ, ਸਾਨੂੰ ਹੋਰ ਕਈ ਨਵੀਆਂ ਗੱਲਾਂ ਦਾ ਪਤਾ ਲੱਗਦਾ। ਅਤੇ ਮੈਂ ਇੱਕ ਇਹ ਸਲਾਹ ਦਿਆਂਗੀ ਕਿ ਇਸ ਉਮਰ ਨੂੰ ਤੁਸੀਂ ਇਹ ਨਾ ਸਮਝੋ ਕਿ ਇਹ ਲਾਈਫ ਦਾ ਐਂਡ ਹੈ। ਦਿਸ ਇਜ਼ ਸਟਾਰਟ ਆਫ ਦਾ ਲਾਈਫ। ਸਟਾਰਟ ਆਫ ਲਾਈਫ ਮੀਨਸ ਕਿ ਜੋ ਕੁਝ ਅਸੀਂ ਪਹਿਲਾਂ ਨਹੀਂ ਕਰ ਸਕੇ ਜ਼ਿੰਦਗੀ ਦੇ ਵਿੱਚ, ਬਿਕੋਜ਼ ਕਿ ਸਾਡੀ ਜ਼ਿੰਦਗੀ ਬਹੁਤ ਬਿਜ਼ੀ ਸੀ, ਸਾਡੀਆਂ ਬਹੁਤ ਵੱਡੀਆਂ ਡਿਊਟੀਆਂ ਸਨ, ਅਤੇ ਸਾਡੇ ਕੋਲ ਟਾਈਮ ਹੀ ਨਹੀਂ ਸੀ। ਜੋ ਅਸੀਂ ਕਰਨਾ ਚਾਹੁੰਦੇ ਸੀ ਉਹ ਹੁਣ ਕਰ ਨਹੀਂ ਪਾਏ। ਉਹ ਕੰਮ ਤੁਸੀਂ ਹੁਣ ਸ਼ੁਰੂ ਕਰੋ। ਲਗਭਗ ਤੀਜਾ ਹਿੱਸਾ ਜ਼ਿੰਦਗੀ ਦਾ ਜੋ ਹੈ ਲੇਡੀਜ਼ ਦਾ, ਉਹ ਮੀਨੋਪੌਜ਼ ਦੀ ਏਜ ਤੋਂ ਬਾਅਦ ਦਾ ਹੁੰਦਾ ਹੈ। 1/3 ਆਫ ਲਾਈਫ ਇਜ਼ ਆਫਟਰ ਦਿਸ। ਤੋ ਇਸ ਨੂੰ ਤੁਸੀਂ ਜਿਹੜਾ ਤੀਜੇ ਹਿੱਸੇ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰੋ, ਤੁਹਾਡੀ ਸਿਹਤ ਵੀ ਠੀਕ ਰਹੇਗੀ। ਜੇ ਤੁਸੀਂ ਪ੍ਰੋਪਰਲੀ ਯੂਟੀਲਾਈਜ਼ ਨਹੀਂ ਕਰੋਗੇ ਤਾਂ ਬੁਢਾਪਾ ਵੀ ਜਲਦੀ ਆ ਜਾਏਗਾ। ਅਤੇ ਜੇ ਤੁਸੀਂ ਆਪਣਾ ਜਿਹੜੇ ਕੰਮ ਗਤੀਵਿਧੀਆਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖੋਗੇ, ਜੋ ਤੁਸੀਂ ਪਹਿਲਾਂ ਨਹੀਂ ਕਰ ਸਕੇ, ਸਪੋਜ਼ਿੰਗ ਤੁਸੀਂ ਪਹਿਲਾਂ ਸਟੱਡੀ ਨਹੀਂ ਪ੍ਰੋਪਰ ਕਰ ਸਕੇ, ਤੁਸੀਂ ਹੁਣ ਸਟੱਡੀ ਕਰ ਲਓ। ਕੋਈ ਇਹ ਤਾਂ ਨਹੀਂ ਹੈਗਾ ਏਜ ਇਜ਼ ਨੋ ਬਾਰ ਫॉर ਐਨੀ ਸਟੱਡੀ। ਕੁਛ ਵੀ ਕਰਨਾ, ਕੀਰਤਨ ਸਿੱਖਣਾ ਚਾਹੁੰਦੇ ਹੋ, ਪਹਿਲਾਂ ਨਹੀਂ ਸਿੱਖ ਸਕੇ, ਹੁਣ ਸਿੱਖ ਲਓ। ਬਾਣੀ ਯਾਦ ਨਹੀਂ ਕਰਨ ਦਾ ਟਾਈਮ ਪਹਿਲਾਂ ਸੀ, ਹੁਣ ਮੈਮੋਰਾਈਜ਼ ਕਰਨਾ ਸ਼ੁਰੂ ਕਰ ਦਿਓ। ਜੋ ਵੀ ਤੁਹਾਡੇ ਮਨ ਦੀ ਇੱਛਾ ਜੋ ਅਧੂਰੀ ਰਹਿ ਗਈ ਸੀਗੀ, ਉਹਨੂੰ ਤੁਸੀਂ ਹੁਣ ਪੂਰੀਆਂ ਕਰ ਸਕਦੇ ਹੋ। ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਹੈ, ਪਰਮਾਤਮਾ ਨੇ ਤੁਹਾਨੂੰ ਟਾਈਮ ਦਿੱਤਾ ਹੈ। ਤੁਸੀਂ ਆਪਣੀਆਂ ਅਧੂਰੀਆਂ ਰਹਿ ਗਈਆਂ ਇੱਛਾਵਾਂ ਨੂੰ ਪੂਰਾ ਇਸ ਉਮਰ ਦੇ ਵਿੱਚ ਕਰ ਸਕਦੇ ਹੋ। ਨੈਗੇਟਿਵ ਥਾਟਸ ਮਨ 'ਚੋਂ ਕੱਢੋ, ਪੋਜ਼ੀਟਿਵ ਵਾਲੇ ਪਾਸੇ ਆਪਣੇ ਆਪ ਨੂੰ ਲਗਾਓ। ਪੋਜ਼ੀਟਿਵ ਗਤੀਵਿਧੀਆਂ ਵਿੱਚ, ਪੋਜ਼ੀਟਿਵ ਥਿੰਕਿੰਗ ਦੇ ਵਿੱਚ, ਪੋਜ਼ੀਟਿਵ ਐਕਸ਼ਨਸ ਦੇ ਵਿੱਚ ਸੇਵਾ ਕਰੋ, ਸੁਸਾਇਟੀ ਦੀ ਸੇਵਾ ਕਰੋ, ਲੋੜਵੰਦਾਂ ਨੂੰ ਉਹਨਾਂ ਦੀ ਲੋੜ ਪੂਰੀ ਕਰੋ, ਉਹਨਾਂ ਦੀ ਜਾ ਕੇ ਮਰੀਜ਼ਾਂ ਦੀ ਸੇਵਾ ਕਰੋ। ਜੇ ਕੋਈ ਭੁੱਖਾ ਹੈ ਤਾਂ ਉਸ ਨੂੰ ਖਾਣਾ ਪਹੁੰਚਾਓ। ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਤਾਬਾਂ ਦੀ ਲੋੜ ਹੈ, ਉਹਨੂੰ ਕਿਤਾਬਾਂ ਲੈ ਕੇ ਦਿਓ। ਗਰੀਬ ਬੱਚੇ ਨੂੰ ਪੜ੍ਹਾਓ, ਆਪ ਉਹਨੂੰ ਐਜੂਕੇਟ ਕਰੋ। ਤੁਸੀਂ ਐਜੂਕੇਟਿਡ ਹੋ, ਦੂਜੇ ਨੂੰ ਐਜੂਕੇਟ ਕਰੋ। ਜਦੋਂ ਤੁਸੀਂ ਇਹ ਕੁਝ ਕਰੋਗੇ, ਇੱਕ ਤਾਂ ਤੁਹਾਡਾ ਸਮਾਂ ਵਧੀਆ ਨਿਕਲੇਗਾ, ਦੂਜਾ ਤੁਹਾਡੇ ਮਨ ਨੂੰ ਸੈਟਿਸਫੈਕਸ਼ਨ ਹੋਏਗੀ ਕਿ ਵੀ ਆਰ ਡੂਇੰਗ ਸਮਥਿੰਗ।
ਜਿਹੜੀ ਕਿ ਸੁਸਾਇਟੀ ਵਾਸਤੇ ਚੰਗੀ ਚੀਜ਼ ਹੈ। ਇਸ ਕਰਕੇ ਮੈਂ ਇੱਕ ਤੁਹਾਨੂੰ ਕੈਰੀ ਹੋਮ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਇਸ ਉਮਰ ਵਿੱਚ ਆਪਣੇ ਆਪ ਨੂੰ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਵਰਥਲੈਸ ਹੋ। ਯੂ ਕੈਨ ਡੂ ਮਚ ਫॉर द सोसाइटी ਐਂਡ ਫॉर योरसेल्फ। ਆਪਣੇ ਆਪ ਨੂੰ ਉੱਚਾ ਉਠਾਓ, ਆਪਣੀ ਸੋਚਣੀ ਨੂੰ ਉੱਚਾ ਕਰੋ, ਤਾਂ ਹੀ ਸੁਸਾਇਟੀ ਦਾ ਵੀ ਭਲਾ ਹੋਏਗਾ ਅਤੇ ਤੁਹਾਡਾ ਵੀ ਭਲਾ ਹੋਏਗਾ ਅਤੇ ਉਦਾਸੀ ਦੀ ਬਿਮਾਰੀ ਤੋਂ ਵੀ ਤੁਹਾਨੂੰ ਛੁਟਕਾਰਾ ਹੋਏਗਾ। ਇੰਨਾ ਹੀ ਕਹਿੰਦੇ ਹੋਏ ਮੈਂ ਆਪ ਜੀ ਪਾਸੋਂ ਖਿਮਾ ਦੀ ਜਾਚਕ ਹਾਂ। ਸਤਿ ਸ੍ਰੀ ਅਕਾਲ।